पीटीसी न्यूज़ ਤੇ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਨਵੀਨ ਸ਼ਰਮਾ। ਕੇਂਦਰ ਸਰਕਾਰ ਦਾ ਬਜਟ ਆਉਣ ਵਾਲਾ ਔਰ ਅਸੀਂ ਸਨਅਤੀ ਸ਼ਹਿਰ ਲੁਧਿਆਣਾ ਦੇ ਵਿੱਚ ਆ। ਸਨਅਤੀ ਸ਼ਹਿਰ ਲੁਧਿਆਣਾ ਦੇ ਵਿੱਚ ਕਈ ਵੱਡੀਆਂ ਇੰਡਸਟਰੀਆਂ ਨੇ, ਚਾਹੇ ਉਹ ਸਾਈਕਲ ਦੀ ਇੰਡਸਟਰੀ ਹੋਵੇ, ਚਾਹੇ ਹੋਜ਼ਰੀ ਹੋਵੇ, ਚਾਹੇ ਉਹ ਨਿਟਵੇਅਰ ਦੀ ਵੱਡੀਆਂ ਇੰਡਸਟਰੀਆਂ ਹੋਣ, ਸਵੀਵਿੰਗ ਮਸ਼ੀਨ ਦੀ ਇੰਡਸਟਰੀ ਹੋਵੇ। ਔਰ ਕੇਂਦਰ ਸਰਕਾਰ ਦੇ ਬਜਟ ਤੋਂ ਕੀ ਉਮੀਦਾਂ ਨੇ ਲੁਧਿਆਣਾ ਦੇ ਸਨਅਤਕਾਰਾਂ ਦੀਆਂ, ਕਿਹੋ ਜਿਹਾ ਬਜਟ ਦੀਆਂ ਉਮੀਦਾਂ ਰੱਖਦੇ ਨੇ, ਕਿਉਂਕਿ ਮੋਦੀ ਸਰਕਾਰ ਦਾ ਸਰਕਾਰ ਬਣਨ ਤੋਂ ਬਾਅਦ ਇਹ ਪਹਿਲਾ ਬਜਟ ਹੈ। ਅਸੀਂ ਲੁਧਿਆਣਾ ਦੇ ਸਨਅਤਕਾਰਾਂ ਕੋਲ ਜਾਣਾਂਗੇ ਕਿ ਉਹਨਾਂ ਦੀਆਂ ਉਮੀਦਾਂ ਕਿਹੋ ਜਿਹੀਆਂ ਨੇ ਔਰ GST ਦੇ ਵਿੱਚ ਕਿਹੋ ਜਿਹੇ ਬਦਲਾਅ ਚਾਹੁੰਦੇ ਨੇ। ਪੰਜ ਜੁਲਾਈ ਨੂੰ ਕੇਂਦਰ ਸਰਕਾਰ ਦਾ ਬਜਟ ਆਉਣ ਵਾਲਾ ਔਰ ਸਨਅਤੀ ਸ਼ਹਿਰ ਲੁਧਿਆਣਾ ਗਰੀਬ ਦੀ ਸਵਾਰੀ ਸਾਈਕਲ ਦੇ ਨਾਂ ਤੋਂ ਜਾਣਿਆ ਜਾਂਦਾ। ਕਿਹੋ ਜਿਹੀਆਂ ਉਮੀਦਾਂ ਰੱਖਦੇ ਨੇ ਸਾਈਕਲ ਨਾਲ ਜੁੜੇ ਹੋਏ ਸਨਅਤਕਾਰ ਔਰ ਕੀ ਬਦਲਾਅ ਚਾਹੁੰਦੇ ਨੇ GST ਦੇ ਵਿੱਚ। ਅਸੀਂ ਸਭ ਤੋਂ ਪਹਿਲੇ ਸ਼ੁਰੂਆਤ ਹੀ ਸਾਈਕਲ ਇੰਡਸਟਰੀ ਤੋਂ ਕਰਾਂਗੇ, ਸਾਈਕਲ ਦੇ ਨਾਲ ਜੁੜੇ ਹੋਏ ਕਾਰੋਬਾਰੀਆਂ ਤੋਂ ਕਰਾਂਗੇ, ਕਿਹੋ ਜਿਹੀਆਂ ਉਮੀਦਾਂ ਨੇ ਮੋਦੀ ਸਰਕਾਰ ਦੇ ਪਹਿਲੇ ਬਜਟ ਤੋਂ। ਆਓ ਗੱਲਬਾਤ ਕਰਦੇ ਹਾਂ ਲੁਧਿਆਣਾ ਤੋਂ ਸਾਈਕਲ ਇੰਡਸਟਰੀ ਦੇ ਸਨਅਤਕਾਰਾਂ ਨਾਲ। ਸਭ ਤੋਂ ਪਹਿਲੇ ਤਾਂ ਜਿਹੜਾ ਮੋਦੀ ਸਰਕਾਰ ਦਾ ਪਹਿਲਾ ਬਜਟ ਆਉਣ ਵਾਲਾ, ਤੁਸੀਂ ਉਮੀਦਾਂ ਕਿਹੋ ਜਿਹੀਆਂ ਰੱਖਦੇ ਹੋ? ਸਾਈਕਲ ਦੇ ਤੁਸੀਂ ਵਪਾਰੀ ਹੋ, GST ਦੇ ਵਿੱਚ ਬਦਲਾਅ ਚਾਹੁੰਦੇ ਹੋ ਜਾਂ ਹੋਰ ਵੀ ਤੁਹਾਡੀਆਂ ਕਈ ਉਮੀਦਾਂ ਨੇ ਕਿ GST ਦੇ ਵਿੱਚ ਬਦਲਾਅ ਹੋਵੇ, ਸਾਈਕਲ ਸਸਤੀ ਹੋਣੀ ਚਾਹੀਦੀ ਹੈ? ਸਾਈਕਲ ਇੱਕ ਗਰੀਬ ਜਨਤਾ ਦੀ ਸਵਾਰੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਵੀ ਇਹ 'ਤੇ GST ਘਟਣਾ ਚਾਹੀਦਾ ਹੈ। ਜਿਸ ਤਰ੍ਹਾਂ ਕਰੰਟਲੀ GST ਹੈਗਾ ਤੇ 12% ਤੇ ਉਹ ਬੜਾ ਪਿੰਚ ਹੁੰਦਾ ਕਸਟਮਰ ਨੂੰ ਦੇਣ ਲੱਗੇ ਹਾਂ। ਅਸੀਂ ਐਕਸਪੈਕਟ ਕਰਦੇ ਹਾਂ ਵੀ ਘੱਟੋ ਘੱਟ ਇਹਦਾ GST 6% ਹੋਣਾ ਚਾਹੀਦਾ ਹੈ। ਇਹ ਨਾਲ ਪਬਲਿਕ ਨੂੰ ਰਿਲੀਫ ਮਿਲੇਗਾ, ਪ੍ਰਾਈਸਿਸ ਘਟਣਗੇ ਤੇ ਪਬਲਿਕ ਦਾ ਫਾਇਦਾ ਹੋਏਗਾ। ਚਲੋ ਇਹ GST ਦੀ ਗੱਲ ਹੋ ਗਈ, ਹੋਰ ਬਦਲਾਅ ਕਿਹੋ ਜਿਹੇ ਚਾਹੀਦੇ ਨੇ? ਵੈਸੇ ਤੁਸੀਂ ਸਾਰੇ ਸਾਈਕਲ ਇੰਡਸਟਰੀਆਂ ਦੇ ਵਿੱਚ ਜਾਂਦੇ ਹੋ। ਦੇਖੋ ਜੀ, ਇਸ ਵਕਤ GST ਦੇ ਵਧਣ ਦੇ ਨਾਲ GST ਆਪਣੇ ਸਾਈਕਲ ਇੰਡਸਟਰੀ ਬਹੁਤ ਮੰਦਾ ਹੈ। ਬਹੁਤ ਮਤਲਬ ਕਿ ਪਰੇਸ਼ਾਨੀ ਹੋ ਰਹੀ ਹੈ, ਨਾ ਪੇਮੈਂਟ ਆ ਰਹੀ ਹੈ ਨਾ ਜਾ ਰਹੀ ਹੈ, ਕਿਉਂਕਿ ਗਾਹਕ ਹੀ ਹੈ ਨਹੀਂ। ਇਸ ਲਈ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਜੇ ਆਪਣਾ GST ਘਟ ਜਾਏ ਤਾਂ ਸਾਡਾ ਵਪਾਰ 'ਚ ਵਾਧਾ ਹੋ ਜਾਏਗਾ। ਜਿਹੜੀ ਲੁਧਿਆਣਾ ਦੀ ਸਾਈਕਲ ਇੰਡਸਟਰੀ ਹੈ ਜੀ, ਇਸ ਟਾਈਮ ਸਾਰੇ ਪੂਰੀ ਕੈਪਚਰਿੰਗ ਜਿਹੜੀ ਹੈ ਚਾਈਨਾ ਦੇ ਥਰੂ ਹੋ ਰਹੀ ਹੈ ਜੀ, ਫੀਡਿੰਗ ਕਾਫੀ ਹੱਦ ਤੱਕ। ਕਿਉਂਕਿ ਜਦ ਸਾਡੇ ਕੋਲ ਮਾਲ ਹੀ ਬਣਿਆ ਆਏਗਾ ਤਾਂ ਇੰਡਸਟਰੀ ਕੀ ਪੈਦਾ ਕਰੇਗੀ, ਕੀ ਵੇਚੇਗੀ? ਜਿਹੜੀ ਇੱਧਰ ਦੀ ਇੰਡਸਟਰੀ ਕਿਸੇ ਵੀ ਤਰੀਕੇ ਨਾਲ ਉਹਦਾ ਮੁਕਾਬਲਾ ਹੀ ਨਹੀਂ ਕਰ ਪਾ ਰਹੀ। ਨਾ ਕੋਈ ਫੈਸਿਲਿਟੀਜ਼ ਹੈ ਗਵਰਨਮੈਂਟ ਵੱਲੋਂ, ਨਾ ਉਹਨੂੰ ਸਪੋਰਟ ਮਿਲ ਰਹੀ ਹੈ, ਔਰ ਬਾਕੀ ਜਿਹੜੇ ਅਫਸਰਸ਼ਾਹੀ ਹੈ ਉਨੀ ਤੰਗ ਕਰ ਰਹੀ ਹੈ। ਕਿਸੇ ਤਰੀਕੇ ਨਾਲ ਪ੍ਰਾਈਸ ਕੰਪੇਅਰ ਹੀ ਨਹੀਂ ਕਰ ਪਾ ਰਹੇ। ਚਾਈਨਾ ਦਾ ਸਾਈਕਲ ਬੰਦ ਹੋਣਾ ਚਾਹੀਦਾ। ਬੰਦ ਨਹੀਂ ਹੋਣਾ ਚਾਹੀਦਾ ਜੀ, ਬੰਦ ਕਰਕੇ ਤਾਂ ਬੜੀ ਵੱਡੀ ਪ੍ਰੋਬਲਮ ਹੈਗੀ ਇੰਟਰਨੈਸ਼ਨਲ ਲੈਵਲ 'ਤੇ। ਪਰ ਇਹ ਹੈ ਕਿ ਇੱਥੇ ਦੇ ਲੋਕਾਂ ਨੂੰ ਵੀ ਤੁਸੀਂ ਦਿਓ ਨਾ ਫੈਸਿਲਿਟੀਜ਼, ਕਿ ਇੱਦਾਂ ਦਾ ਤੁਸੀਂ ਪ੍ਰਮੋਟ ਕਰੋ, ਇੱਦਾਂ ਦੇ ਪ੍ਰੋਡਕਟ ਇੱਥੇ ਕਿਉਂ ਨਹੀਂ ਬਣ ਰਹੇ? ਚਾਈਨਾ ਦਾ ਸਾਈਕਲ ਐਡਾ ਸਸਤਾ, ਇੰਡੀਅਨ ਸਾਈਕਲ ਐਡਾ ਮਹਿੰਗਾ ਪੈਂਦਾ ਹੈ। ਉਹਦੇ 'ਚ ਦੋ ਕਾਰਨ ਕੀ ਹੈ? ਤੁਸੀਂ ਉਹੋ ਜਿਹਾ ਸਾਈਕਲ ਨਹੀਂ ਬਣਾ ਸਕਦੇ? ਨਹੀਂ ਬਣਾ ਸਕਦੇ ਆ ਜੀ, ਪਰ ਉਹੀ ਕਾਸਟ ਉੱਪਰ ਪੈਂਦੀ ਹੈਗੀ ਹੈ। ਉਹੀ ਪ੍ਰੋਬਲਮ ਫਿਰ ਇਹਨਾਂ ਨਾਲ ਵੀ ਆ ਗਈ। GST ਹੈਗਾ ਜਾਂ ਹੋਰ ਅਫਸਰਸ਼ਾਹੀਆਂ ਨੇ ਜਾਂ ਲੇਬਰ ਦੇ ਪ੍ਰੋਬਲਮ ਹੈਗੀਆਂ ਨੇ, ਕਾਸਟ ਬਰਾਬਰ ਪੈਂਦੀ ਨਹੀਂ, ਵੱਧ ਜਾਂਦੀ ਹੈ, ਜਿਹਦੇ ਕਰਕੇ ਇਹਨਾਂ ਨੂੰ ਫਿਰ ਚਾਈਨਾ ਵਾਲਾ ਹੀ ਪ੍ਰਮੋਟ ਕਰਨਾ ਪੈਂਦਾ। ਇਹੀ ਮੰਗਾਓ ਤੇ ਇਹੀ ਵੇਚੋ ਜੀ। ਵੀ ਇੱਧਰਲਾ ਬੰਦਾ ਬਣਾ ਹੀ ਨਹੀਂ ਪਾ ਰਿਹਾ, ਕੰਪੇਅਰ ਹੀ ਨਹੀਂ ਕਰ ਪਾ ਰਿਹਾ। ਗੌਰਮੈਂਟ ਜਿੰਨਾ ਟੈਕਸ ਘਟਾਊਗੀ ਉਹਦੇ ਨਾਲ ਇੰਡਸਟਰੀ, ਵਪਾਰ, ਹਰ ਚੀਜ਼ 'ਚ ਵਾਧਾ ਹੋਊਗਾ। ਕਿਉਂਕਿ ਜਿਹੜੇ ਡਿਵੈਲਪ ਕੰਟਰੀ ਆ ਉਹਨਾਂ ਦੇ ਵਿੱਚ ਟੈਕਸ ਬਹੁਤ ਘੱਟ ਆ ਆਪਣੇ ਇੰਡੀਆ ਦੇ ਕੰਪੈਰੀਜ਼ਨ ਹੀ। ਇੱਥੇ ਟੈਕਸ ਵੀ ਜ਼ਿਆਦਾ ਹੈ ਔਰ ਬੇਰੁਜ਼ਗਾਰੀ ਵੀ ਜ਼ਿਆਦਾ ਹੀ ਆ। ਟੈਕਸ ਜ਼ਿਆਦਾ ਹੋਣ ਦੇ ਬਾਵਜੂਦ ਜਿਹੜੀ ਗੌਰਮੈਂਟ ਵਗੈਰਾ ਨੂੰ ਟੈਕਸ ਵਗੈਰਾ ਵੀ ਮਿਲਦੇ ਆ, ਉਹ ਆਮ ਪਬਲਿਕ ਦੇ ਕੰਮ ਨਹੀਂ ਆਉਂਦੇ, ਸਿਵਾਏ ਵੱਡੇ ਲੀਡਰਾਂ ਦੇ ਜਾਂ ਵੱਡੇ ਜਿਹੜੇ ਇੰਡਸਟਰੀਸਟ ਆ ਉਹਨਾਂ ਦੇ ਕੰਮ ਆਉਂਦੇ ਆ। ਆਮ ਪਬਲਿਕ ਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ। ਇਹ ਤਾਂ ਗੌਰਮੈਂਟ ਨੂੰ ਇਹ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਵੀ ਆਮ ਪਬਲਿਕ ਦਾ ਵੀ ਕਿਵੇਂ ਫਾਇਦਾ ਚੱਲੂ। ਸਾਈਕਲ ਟ੍ਰੇਡ ਜਿਹੜੀ GST ਹੈ 3 ਟਾਈਪ ਦੀ ਆ, 4 ਟਾਈਪ ਦੀ ਆ, 5, 12, 18 ਔਰ 28। ਇਹਨੂੰ ਟੋਟਲ ਕਰਕੇ 5 ਲੈ ਕੇ ਆਉਣਾ ਚਾਹੀਦਾ। ਵੀ ਜਿਹੜਾ ਟਾਇਰ ਵਗੈਰਾ 'ਤੇ ਹੁਣ ਜੋ ਆਪਾਂ ਪਰਚੇਜ ਕਰਦੇ ਹਾਂ, ਕੋਈ ਐਸੈਸਰੀ ਪਰਚੇਜ ਕਰਦੇ ਹਾਂ ਉਹ 'ਤੇ 18 ਵਾ। ਇੱਕੋ ਹੀ ਬੰਦੇ ਇੱਕ ਬਿੱਲ ਬਣਾਉਣਾ, ਮਟੀਰੀਅਲ ਜਿੰਨਾ ਵੀ ਹਾਂ ਉਹ 'ਚ ਅਲੱਗ-ਅਲੱਗ ਹੈ। ਉਹਨੂੰ ਸਿੱਧਾ ਹੀ 5 ਦੇ ਲਿਆਉਣ ਵੀ ਟੈਕਸ ਨੂੰ ਆਪਣਾ ਗੌਰਮੈਂਟ। ਸਾਨੂੰ ਤਾਂ ਇਹੀ ਉਮੀਦ ਹੈ ਤੋਂ ਵੀ ਕੋਈ ਜਿੰਨਾ ਟੈਕਸ ਘੱਟ ਹੋਊਗਾ ਸਾਈਕਲ ਦੀ ਟ੍ਰੇਡ ਵਧੂਗੀ
ਕਸਟਮਰ ਨੂੰ ਲੈਣਾ ਈਜ਼ੀ ਹੋਊਗਾ ਸਾਈਕਲ। गवर्नमेंट जितना ज़्यादा हो सके उतना बजट लेके आए कि हर कोई बंदा प्रमोट हो इससे साइकिलिंग बिजनेस को लेके। तो अवेयरनेस किस में चाहते हैं? अवेयरनेस इन द सेंस कि गवर्नमेंट बजट लेके आए, जैसे ऐड देती है गवर्नमेंट अपनी, वैसे ही साइकिलिंग को लेके ऐड दे। जैसे आजकल ऐड दे रही थी कि पेट्रोल सेव करो, आप काफ़ी ऐड होती है जिसमें आप दिखाते हैं कि डीजल पेट्रोल सेव करो, ये सब चीज़ें बोलते हैं, वॉकिंग करो, ये सब चीज़ें। उसी में साइकिलिंग भी लेके आए वो। गवर्नमेंट इस चीज़ पे ध्यान ही नहीं दे रही बिल्कुल भी। अगर गवर्नमेंट इस चीज़ पे ध्यान देगी, साइकिल ज़्यादा से ज़्यादा चलाओ। साइकिल ज़्यादा से ज़्यादा देखिए वो बेनिफिट है कस्टमर का, जितना कस्टमर साइकिलिंग करेगा उतना उसका वेट लूज होगा। जो भी इसके लिए कोई पॉलिसी लाए? इसके लिए पॉलिसी लेके, इसके लिए भी बजट लेके आए, क्योंकि नॉर्मल सी बात है, इसके लिए बजट लेके आएगी सेंटर से, तभी इसके लिए ऐड होगी तो पब्लिक अवेयर होगी, पब्लिक अवेयर होगी तो इंडस्ट्री अपने अप जाएगी। ਇਹਦੇ ਲਈ ਰੋਡਸ ਵਗੈਰਾ बड़ा ਟੈਕਨੀਕਲੀ ਇਹਨਾਂ ਨੇ ਬਜਟ ਤੋਂ ਜਿਹੜੀ ਉਮੀਦ ਰੱਖੀ ਹੈ, ਕਿਉਂਕਿ ਸਾਈਕਲ ਨੂੰ ਪ੍ਰਮੋਟ ਕਰਨਾ ਚਾਹੀਦਾ ਸਭ ਤੋਂ ਜ਼ਿਆਦਾ, ਕਿਉਂਕਿ ਉਸ ਦੇ ਨਾਲ ਇੱਕ ਤਾਂ ਵਾਤਾਵਰਣ ਸਾਫ਼ ਰਹੇਗਾ ਔਰ ਦੂਸਰੀ ਗੱਲ ਇਹ ਹੈ ਕਿ ਸਸਤਾ ਸਾਈਕਲ ਹੋਏਗਾ, ਕਿਉਂਕਿ GST ਦੇ ਵਿੱਚ ਬਦਲਾਅ ਤੋਂ ਬਾਅਦ ਜਿਹੜੇ ਟੈਕਸਿਸ ਆ ਉਹਨਾਂ ਨੂੰ ਘੱਟ ਕੀਤਾ ਜਾਏਗਾ, ਸਸਤਾ ਸਾਈਕਲ ਹੋਗਾ, ਲੋਕੀ ਜ਼ਿਆਦਾ ਖਰੀਦਣਗੇ। ਕਿਵੇਂ ਦਾ ਬਦਲਾਅ ਚਾਹੁੰਦੇ ਹੋ? ਮੈਂ ਤਾਂ ਇਹ ਬਦਲਾਅ ਚਾਹੁੰਦਾ ਵੀ ਜਿਹੜਾ ਕਲੈਰੀਕਲ ਕੰਮ ਆ ਉਹ ਦੁਕਾਨਦਾਰ ਤੇ ਬੋਝ ਨਾ ਹੋਵੇ, ਕਿਉਂਕਿ ਦੁਕਾਨਦਾਰ ਨੂੰ ਹਰ ਮਹੀਨੇ 2 ਰਿਟਰਨਾਂ ਦੇਣੀਆਂ ਪੈਂਦੀਆਂ, ਫਿਰ ਕੁਆਟਰਲੀ ਰਿਟਰਨ ਦੇਣੀ ਪੈਂਦੀ ਹੈ, CA ਤੇ ਡਿਪੈਂਡ, ਅਕਾਊਂਟੈਂਟਾਂ ਤੇ ਡਿਪੈਂਡ ਹੈ ਦੁਕਾਨਦਾਰ। ਕਿਉਂਕਿ ਅੱਜ ਕੱਲ੍ਹ ਜਿਹੜੇ ਦੁਕਾਨਦਾਰ ਹੈਗੇ ਆ ਪੁਰਾਣੇ, ਉਹ ਘੱਟ ਪੜ੍ਹੇ ਲਿਖੇ ਆ, ਕੰਪਿਊਟਰ ਬਾਰੇ ਕੁਝ ਜਾਣਕਾਰੀ ਹੈ ਨਹੀਂ ਉਹਨਾਂ ਨੂੰ, ਲੇਕਿਨ ਕਲੈਰੀਕਲ ਜੌਬ ਹੋਣ ਕਰਕੇ ਉਹ CA ਤੇ ਅਕਾਊਂਟੈਂਟ ਤੇ ਡਿਪੈਂਡ ਹੈ। ਇਹ ਇੱਕ ਤੋਂ ਜਿਹੜਾ ਬਚਾਇਆ ਜਾਵੇ, ਸਰਕਾਰ ਨੂੰ ਚਾਹੀਦਾ ਵੀ ਦੁਕਾਨਦਾਰ ਨੂੰ ਰਾਹਤ ਦੇਵੇ, ਤੇ ਕਲੈਰੀਕਲ ਕੰਮ ਉਹਦਾ ਖਤਮ ਹੋਵੇ, ਘੱਟ। ਕਲੈਰੀਕਲ ਕੰਮ ਖਤਮ ਹੋਵੇ, GST ਦੇ ਵਿੱਚ ਇਹ ਬਦਲਾਅ ਚਾਹੁੰਦੇ ਨੇ, ਸਮਝਣ ਦੀ ਕੋਸ਼ਿਸ਼ ਜਿਹੜੀ ਹੈ ਉਹ ਸਾਰੇ ਵਪਾਰੀ ਕਰ ਰਹੇ ਨੇ, ਕਿਉਂਕਿ GST ਦੇ ਵਿੱਚ ਜੇ ਬਦਲਾਅ ਹੋਣਗੇ ਤਾਂ ਜਿਹੜੀਆਂ ਰਿਟਰਨਾਂ ਕਾਗਜ਼ੀ ਕੰਮ ਹੈ ਉਹ ਘੱਟ ਹੋਵੇਗਾ। ਹੁਣ ਅਸੀਂ ਉਹਨਾਂ ਇੰਡਸਟਰੀਆਂ ਦੇ ਵਿੱਚ, ਵੱਡੀਆਂ ਇੰਡਸਟਰੀਆਂ ਜਾਵਾਂਗੇ ਜਿੱਥੇ ਇਹ ਸਾਈਕਲ ਤਿਆਰ ਹੁੰਦੇ ਨੇ, ਉਹਨਾਂ ਵੱਡੇ ਸਨਅਤਕਾਰਾਂ ਦਾ ਕੀ ਕਹਿਣਾ, ਉਹਨਾਂ ਦੀਆਂ ਕੀ ਉਮੀਦਾਂ ਨੇ ਮੋਦੀ ਸਰਕਾਰ ਦੇ 5 ਜੁਲਾਈ ਨੂੰ ਪੇਸ਼ ਹੋਣ ਵਾਲੇ ਬਜਟ ਤੇ। ਪਹਿਲੇ ਛੋਟੇ ਦੁਕਾਨਦਾਰਾਂ ਦੇ ਜਿਹੜੀਆਂ GST ਦੇ ਵਿੱਚ ਬਦਲਾਅ ਦੀਆਂ ਗੱਲਾਂ ਸੀ ਉਹਦੇ ਬਾਰੇ ਚਰਚਾ ਕੀਤੀ। ਹੁਣ ਅਸੀਂ ਵੱਡੇ ਸਨਅਤਕਾਰਾਂ ਕੋਲ ਆ ਜਿੱਥੋਂ ਸਾਈਕਲ ਬਣ ਕੇ ਪੂਰੀ ਮਾਰਕੀਟ ਜਾਂਦੀ ਹੈ। ਸਾਡੇ ਨਾਲ AS ਭੋਗਲ ਮੌਜੂਦ ਹੈ। ਕਿਵੇਂ ਦੇਖਦੇ ਹੋ, ਕਿਉਂਕਿ ਮੋਦੀ ਸਰਕਾਰ ਦਾ ਹੁਣ ਜਿਹੜਾ ਬਜਟ ਤਾਂ ਤੁਸੀਂ ਬੜੇ ਦੇਖੇ, ਹੁਣ ਕੀ ਉਮੀਦਾਂ ਨੇ ਇਸ ਬਜਟ ਤੋਂ? ਦੇਖੋ, ਸਾਡਾ ਸਭ ਤੋਂ ਪਹਿਲਾਂ ਮੋਦੀ ਸਰਕਾਰ ਨੂੰ ਇਹੀ ਸੀ ਵੀ ਜਿਹੜਾ ਬਜਟ ਦੇ ਵਿੱਚ ਸਾਈਕਲ ਇੰਡਸਟਰੀ ਨੂੰ ਜਾਂ ਓਵਰਆਲ ਇੰਡਸਟਰੀ ਨੂੰ ਹੈ ਉਹਨੂੰ ਰਿਲੀਫ ਮਿਲਣੀ ਚਾਹੀਦੀ ਹੈ। ਜੇ ਰਿਲੀਫ ਨਹੀਂ ਮਿਲੇਗੀ, ਜੋ ਅੱਜ ਦੀ ਸਿਚੁਏਸ਼ਨ ਚੱਲਦੀ ਪਈ ਆ, ਇੰਡਸਟਰੀ ਬਹੁਤ ਕ੍ਰਾਈਸਿਸ ਦੇ ਵਿੱਚ ਹੈਗੀ ਆ, ਔਰ GST ਕਰਕੇ ਬਹੁਤ ਜ਼ਿਆਦਾ ਪ੍ਰੋਬਲਮਸ ਆਈਆਂ ਹੈ, ਕਿਉਂਕਿ ਜਦੋਂ ਡਿਫਰੈਂਟ ਚੀਜ਼ ਹੋ ਜਾਂਦੇ ਆ, ਰॉ ਮਟੀਰੀਅਲ ਤੇ ਹੋਰ GST ਆ, ਫਿਨਿਸ਼ ਗੁੱਡਸ ਤੇ ਹੋਰ GST ਆ, ਉਸ ਕਰਕੇ ਜਿਹੜੀ ਸਾਰਿਆਂ ਨਾਲੋਂ ਜ਼ਿਆਦਾ ਵੱਡੀ ਪ੍ਰੋਬਲਮ ਆਉਂਦੀ ਆ। ਸਰਕਾਰ ਨੂੰ ਅਸੀਂ ਇਹ ਗੱਲ ਕਹੀ ਸੀ ਵੀ ਤੁਸੀਂ ਜਿਹੜੇ ਵੀ ਚੀਜ਼ ਦਾ ਰੱਖਣਾ ਆ ਉਹਦਾ ਸਿਸਟਮ ਇਹ ਰੱਖੋ ਵੀ ਜਿਹੜੀ ਪ੍ਰੋਡਕਟ ਬਣਨੀ ਉਸ ਤੋਂ ਉਹਦਾ ਤੇ ਉਸ ਰॉ ਮਟੀਰੀਅਲ ਦਾ GST ਇੱਕ ਹੋਣਾ ਚਾਹੀਦਾ। ਉਹਦੇ ਨਾਲ ਕੋਈ ਵੀ ਪ੍ਰੋਬਲਮ ਨਹੀਂ ਆਏਗੀ। ਜਿਹੜੇ ਆਪਾਂ ਅੱਜ ਦੇਖਦੇ ਪਏ ਆ, ਤੁਸੀਂ ਪੇਪਰ ਪੜ੍ਹਦੇ ਹੋਵੋਗੇ ਵੀ ਇੰਨੇ ਵੱਡੇ ਫਰਾਡ ਹੋ ਰਹੇ ਨੇ, ਉਹ ਫਰਾਡ ਤਾਂ ਹੀ ਬਚਣਗੇ ਜੇ GST ਇੱਕ ਹੋਊਗਾ। ਭੋਗਲ ਸਾਹਿਬ, ਇਸ ਤੋਂ ਪਹਿਲੇ ਜਿਹੜੇ ਛੋਟੇ ਕਾਰੋਬਾਰੀ ਹੈ, ਸਾਈਕਲ ਜਿਹੜੇ ਵੇਚਦੇ ਆ ਦੁਕਾਨਾਂ ਦੇ, ਉਹਨਾਂ ਦੀ ਵੀ GST ਦੇ ਉੱਤੇ ਚਰਚਾ ਸੀ, ਬਜਟ ਤੇ GST, ਤੇ ਤੁਹਾਡੀ ਵੀ ਵੱਡੇ ਕਾਰੋਬਾਰੀਆਂ ਦੀ ਵੀ ਇਹੀ ਹੈ। GST ਦੇ ਵਿੱਚ ਬਦਲਾਅ ਕਿਹੋ ਜਿਹਾ ਚਾਹੁੰਦੇ ਹੋ? GST ਤਾਂ ਲਾਗੂ ਹੋ ਗਈ, ਕਿਉਂਕਿ 5 ਸਾਲ ਪਹਿਲੇ ਵੀ ਮੋਦੀ ਸਰਕਾਰ ਰਹੀ, ਹੁਣ ਤੁਸੀਂ GST ਦੇ ਵਿੱਚ ਕਹਿੰਦੇ ਬਦਲਾਅ ਆਉਣਾ ਚਾਹੀਦਾ, ਰਿਟਰਨਾਂ ਘੱਟ ਭਰੇ ਜਾਣ, ਕਾਗਜ਼ੀ ਕੰਮ ਘੱਟ ਹੋਵੇ। ਇਸ ਤੋਂ ਇਲਾਵਾ ਹੋਰ ਕੀ ਚਾਹੀਦਾ ਹੈ ਕਿ ਜਿਹੜੀ ਚਾਈਨਾ ਤੋਂ ਸਾਈਕਲ ਆ ਰਹੀ ਹੈ ਉਹ ਮਾਰ ਰਹੀ ਹੈ? ਬਿਲਕੁਲ ਤੁਹਾਡੀ ਗੱਲ ਸਹੀ ਹੈ। ਚਾਈਨਾ ਜਾਂ ਸ੍ਰੀਲੰਕਾ ਜਾਂ ਬੰਗਲਾਦੇਸ਼, ਇਹ ਸਾਰੇ 3 ਕੰਟਰੀਜ਼ ਜਿਹੜੀਆਂ ਸਾਡੇ ਆਲੇ ਦੁਆਲੇ ਬੈਠੀਆਂ ਨੇ, ਮਾਲ ਸਾਰਾ ਚਾਈਨਾ ਦਾ ਹੀ ਆਉਂਦਾ ਹੈ। ਇਹ ਜਿਹੜੀ ਸਾਫਟਾ ਦਾ ਇਹਨਾਂ ਦਾ ਐਗਰੀਮੈਂਟ ਹੈ, ਉਹਦੇ ਥਰੂ ਕਈ ਕੰਪਨੀਆਂ ਜਿਹੜੀ ਹੈ ਬੰਗਲਾਦੇਸ਼ ਜਾਂ ਸ੍ਰੀਲੰਕਾ ਮੰਗਾ ਕੇ ਮਾਲ ਨੂੰ ਉਹ ਲਿਆ ਕੇ ਇੱਥੇ ਇੰਡੀਆ 'ਚ ਵੇਚਦੀਆਂ। ਉਸ ਚੱਕਰ 'ਚ ਕੀ ਹੁੰਦਾ ਆ, ਜਿਹੜਾ ਲੋਕਲ ਮਟੀਰੀਅਲ ਆ ਉਹ ਨਹੀਂ ਚੱਲਦਾ, ਉਹ ਖਰਾਬ ਹੋ ਜਾਂਦਾ, ਉਹ ਲੋਕਾਂ ਦੀਆਂ ਫੈਕਟਰੀਆਂ ਬੰਦ ਹੋ ਰਹੀਆਂ। ਸਰਕਾਰ ਨੂੰ ਅਸੀਂ ਇਹ ਗੱਲ ਕਹੀ ਵੀ ਤੁਸੀਂ ਇਹ ਦੇਖੋ, ਜਿਹੜਾ ਮਟੀਰੀਅਲ ਉੱਥੋਂ ਚਾਈਨਾ ਤੋਂ ਆ ਰਿਹਾ, ਉਹਦੀ ਪ੍ਰੋਡਕਟ ਦੀ ਜਿਹੜੀ ਫਿਨਿਸ਼ ਗੁੱਡ ਦੀ ਰੇਟ ਨੇ ਉਹ ਇੰਨੇ ਘੱਟ ਰੇਟ ਨੇ ਰੱਖੇ ਹੋਏ ਕਿ ਜਿਹਦਾ ਸਾਡਾ ਇੱਥੇ ਰॉ ਮਟੀਰੀਅਲ ਵੀ ਨਹੀਂ ਮਿਲਦਾ ਹੈ। ਤੇ ਜੇ ਰॉ ਮਟੀਰੀਅਲ ਸਾਡੇ ਜਿਹੜਾ ਮਹਿੰਗਾ ਆ ਤੇ ਉਹਨਾਂ ਦੀ ਫਿਨਿਸ਼ ਪ੍ਰੋਡਕਟ ਸਸਤੀ ਆ, ਤੇ ਆਪਣੀ ਇੰਡਸਟਰੀ ਕਿੱਦਾਂ ਚੱਲ ਸਕਦੀ ਹੈ? ਇਸ ਚੀਜ਼ ਨੂੰ ਦੇਖਦੇ। ਦੂਸਰੀ ਗੱਲ, ਉਹਦੇ ਤੇ ਟੈਕਸ ਬਹੁਤ ਘੱਟ ਲਾਇਆ ਆ। ਜੇ ਟੈਕਸ ਘੱਟ ਲੱਗਿਆ ਆ ਤੇ ਇਸ ਕਰਕੇ ਵੀ ਉਹ ਸਾਰਾ ਮਟੀਰੀਅਲ ਆਈ ਜਾਂਦਾ ਅੰਦਰ। ਇੱਥੇ ਟੈਕਸ ਘੱਟ ਹੋਣਾ ਚਾਹੀਦਾ। ਜਿਹੜਾ ਕਸਟਮ ਡਿਊਟੀ ਲੱਗਣੀ ਉਹਦੇ ਤੇ, ਕਸਟਮ ਡਿਊਟੀ ਉਹਦੇ ਤੇ ਟੈਕਸ ਇੰਨਾ ਜ਼ਿਆਦਾ ਲੱਗੇ ਤਾਂ ਕਿ ਉਹਦਾ ਜਿਹੜਾ ਰੇਟ ਹੈਗਾ ਸਾਡੇ ਨਾਲੋਂ ਮਹਿੰਗਾ ਪਵੇ, ਤਾਂ ਹੀ ਸਾਡਾ ਟੈਕਸ ਜ਼ਿਆਦਾ ਹੋਣਾ ਚਾਹੀਦਾ ਹੈ। ਜਿਹੜੇ ਬਾਹਰੋਂ ਚਾਈਨਾ ਦੇ ਸਾਈਕਲ ਆਉਂਦੇ ਨੇ, ਸਰਕਾਰ ਉਹਨਾਂ ਤੇ ਟੈਕਸ ਅਗਰ ਜ਼ਿਆਦਾ ਕਰੇਗੀ
ਤਾਂ ਜਿਹੜੀ ਇੱਥੇ ਦੀ ਇੰਡਸਟਰੀ ਹੈ ਸਾਈਕਲ ਇੰਡਸਟਰੀ, ਜਿਹੜੀ ਰੀੜ੍ਹ ਦੀ ਹੱਡੀ ਮੰਨੀ ਜਾਂਦੀ ਹੈ ਹਿੰਦੁਸਤਾਨ ਦੇ ਵਿੱਚ, ਖਾਸ ਕਰ ਲੁਧਿਆਣਾ ਦੇ ਵਿੱਚ ਸ਼ੁਰੂਆਤ ਹੁੰਦੀ ਹੈ ਸਾਈਕਲ ਇੰਡਸਟਰੀ ਦੀ, ਉਹ ਜਿਹੜਾ ਟੈਕਸ ਐਕ ਜਦੋਂ ਜ਼ਿਆਦਾ ਹੋਊਗਾ ਉਹਨਾਂ ਸਾਈਕਲਾਂ ਤੇ, ਵਿਦੇਸ਼ੀ ਸਾਈਕਲਾਂ ਤੇ, ਤਾਂ ਹੀ ਇਹਨਾਂ ਦਾ ਜਿਹੜਾ ਸਾਈਕਲ ਹੈ, ਗਰੀਬ ਦੀ ਸਵਾਰੀ ਹੈ, ਉਹ ਅੱਗੇ ਵਿਕੇਗੀ। ਸੋ ਇਸ ਤੋਂ ਇਲਾਵਾ ਹੁਣ ਜਿਹੜੇ ਹੋਰ ਸਨਅਤਕਾਰ ਨੇ ਉਹਨਾਂ ਦਾ ਕੀ ਕਹਿਣਾ ਹੈ? ਜਿਹੜੇ ਵੱਡੇ ਸਨਅਤਕਾਰ ਨੇ ਭੋਗਲ ਸਾਹਿਬ ਤੋਂ ਬਾਅਦ, ਉਹ ਵੀ ਸੁਣਦੇ ਆ ਕਿ ਮੋਦੀ ਸਰਕਾਰ ਦੇ ਜਿਹੜਾ ਬਜਟ ਹੁਣ ਰਿਲੀਜ਼ ਹੋਣ ਵਾਲਾ ਪਹਿਲਾ ਬਜਟ, ਉਸ ਤੋਂ ਕੀ ਉਮੀਦਾਂ ਰੱਖਦੇ ਨੇ। ਆਓ ਸੁਣਦੇ ਆ। ਅਸੀਂ ਲਗਾਤਾਰ ਬਜਟ ਦੇ ਉੱਤੇ ਚਰਚਾ ਕਰ ਰਹੇ ਹਾਂ। ਸੈਂਟਰ ਦਾ 5 ਜੁਲਾਈ ਨੂੰ ਬਜਟ ਆਉਣ ਵਾਲਾ ਹੈ, ਚਾਹੇ ਉਹ ਸਾਈਕਲ ਇੰਡਸਟਰੀ ਨਾਲ ਜੁੜੇ ਕਾਰੋਬਾਰੀ ਹੈ, ਚਾਹੇ ਉਹ ਵੱਡੀ ਇੰਡਸਟਰੀ ਹੈ, ਛੋਟੀ ਇੰਡਸਟਰੀ ਹੈ। ਹੁਣ ਸਾਈਕਲ ਇੰਡਸਟਰੀ ਤੋਂ ਬਾਅਦ ਅਸੀਂ ਪੰਜਾਬ ਦੀ ਰੀੜ੍ਹ ਦੀ ਹੱਡੀ ਮੰਨੇ ਜਾਣ ਵਾਲੀ ਸਵੀਵਿੰਗ ਮਸ਼ੀਨ, ਕਿਉਂਕਿ ਸਨਅਤੀ ਸ਼ਹਿਰ ਲੁਧਿਆਣਾ ਦੇ ਵਿੱਚ ਸਵੀਵਿੰਗ ਮਸ਼ੀਨ ਦੀ ਵੀ ਇੱਕ ਵੱਡੀ ਸਨਅਤ ਹੈ, ਔਰ ਜਿੰਨੇ ਵੀ ਸਨਅਤਕਾਰ ਹੈ ਸਵੀਵਿੰਗ ਮਸ਼ੀਨ ਬਣਾਉਣ ਵਾਲੇ, ਉਹ ਕੀ ਉਮੀਦਾਂ ਕਰਦੇ ਨੇ। ਸਾਡੇ ਨਾਲ ਸਾਰੇ ਸਨਅਤਕਾਰ ਹੈ। ਸਰਕਾਰ ਦਾ ਜਿਹੜਾ ਬਜਟ ਹੈ ਉਹ ਆਉਣ ਵਾਲਾ ਕੇਂਦਰ ਸਰਕਾਰ ਦਾ, ਕੀ ਉਮੀਦਾਂ ਨੇ ਸਵੀਵਿੰਗ ਮਸ਼ੀਨ ਦੇ ਨਾਲ ਜੁੜੇ ਹੋਏ ਤੁਸੀਂ ਕਾਰੋਬਾਰੀ ਹੋ, ਔਰ ਕਿਹੋ ਜਿਹੀ ਉਮੀਦਾਂ ਰੱਖਦੇ ਹੋ? ਕੀ ਹੋਣਾ, ਕੀ ਬਦਲਾਅ ਕੀ ਹੋਣਾ ਚਾਹੀਦਾ? ਦੇਖੋ ਜੀ, ਇਹ ਹਾਊਸ ਹੋਲਡ ਮਸ਼ੀਨ ਹੈ, ਇਹਦੇ ਤੇ ਟੈਕਸ ਅੱਜ 12% ਹੈ, ਜੋ ਕਿ ਸਾਨੂੰ 5% ਹੋਣਾ ਚਾਹੀਦਾ। ਹਰੇਕ ਬੰਦਾ ਇੰਨਾ ਟੈਕਸ ਅਫੋਰਡ ਨਹੀਂ ਕਰ ਸਕਦਾ ਜੀ। ਇਸ ਕਰਕੇ ਜੇ ਇਹਨੂੰ ਘੱਟ ਕੀਤਾ ਜਾਵੇ ਤਾਂ ਇਹਦੇ ਹੋ ਸਕਦਾ ਇਹਦੇ ਤੇ ਆਪਣੀ ਸੇਲ ਦਾ ਫਰਕ ਪਵੇ ਜੀ। ਇਹਦੇ ਨਾਲ ਇਹ ਵੀ ਫਰਕ ਪਏਗਾ ਟੈਕਸਾਂ ਦੇ ਨਾਲ, ਕਿਉਂਕਿ ਕਈ ਟੈਕਸਟਾਈਲ ਜਿਹੜੀਆਂ ਵੱਡੀਆਂ ਵੱਡੀਆਂ ਇੰਡਸਟਰੀਆਂ ਨੇ ਜਾਂ ਡਰੈਸ ਡਿਜ਼ਾਈਨਰ ਹੈ, ਉਹ ਮਸ਼ੀਨਾਂ ਦਾ ਬੜਾ ਇਸਤੇਮਾਲ ਕਰਦੇ ਨੇ। ਅਗਰ ਇਹ ਟੈਕਸ ਦੀ ਗੱਲ ਕਰ ਰਿਹਾ ਘੱਟ ਹੋਣ, ਉਸ ਤੋਂ ਇਲਾਵਾ ਹੋਰ ਕੀ ਤੁਸੀਂ ਮੰਗ ਕਰਦੇ ਹੋ? ਟੈਕਸ ਫ੍ਰੀ ਹੋ ਜਾਣੀ ਚਾਹੀਦੀ ਆ ਤਾਂ ਕਿ ਉਹ ਅਫੋਰਡ ਕਰ ਸਕੇ ਤੇ ਸਾਡੀ ਇੰਡਸਟਰੀ ਸਰਵਾਈਵ ਕਰ ਸਕੇ। ਤੁਸੀਂ ਸੇਲਸ ਚੈੱਕ ਕਰ ਲਓ ਸਾਰਿਆਂ ਦੀਆਂ, ਪਹਿਲਾਂ ਤੋਂ ਕੱਟ ਆਫ ਹੋ ਕੇ ਘੱਟੋ ਘੱਟ ਮੇਰੇ ਹਿਸਾਬ ਨਾਲ 40% ਡਾਊਨਫਾਲ ਆ ਚੁੱਕੀ ਆ। ਸਾਡੀ ਸਰਕਾਰ ਅੱਗੇ ਇਹੀ ਮੰਗ ਆ ਕਿ ਇਹਨੂੰ ਟੈਕਸ ਫ੍ਰੀ ਕਰ ਦਿੱਤਾ ਜਾਵੇ ਤਾਂ ਕਿ ਅਸੀਂ ਤਰੀਕੇ ਦੇ ਨਾਲ ਕੰਮ ਕਰ ਸਕੀਏ ਤੇ ਪ੍ਰੋਪਰ ਤਰੀਕੇ ਨਾਲ ਚੀਜ਼ਾਂ ਬਣਾ ਕੇ ਆਪਣੇ ਕਸਟਮਰ ਨੂੰ ਸਰਵਾਈਵ ਕਰ ਸਕੀਏ, ਤਾਂ ਕਿ ਉਹ ਸਾਰਾ ਕੁਝ ਤਰੀਕੇ ਨਾਲ ਚੱਲਦਾ ਰਹੇ। ਇੱਕ ਹੋਰ ਗੱਲ ਸੀਗੀ ਬਈ, ਚਾਈਨਾ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਡਕਟ ਸਾਡਾ ਡੁਪਲੀਕੇਟ, ਸਾਡੇ ਖੁਦ ਦੇ ਜਿਹੜੇ ਰਜਿਸਟਰਡ ਮਾਰਕੇ ਨੇ ਉਹਦੇ ਦੇ, ਲਾਈਕ ਮੇਰਾ ਖੁਦ ਦਾ ਮਾਰਕਅਪ ਆਪਣਾ ਚਾਈਨਾ ਤੋਂ ਉਹਦੀ ਉੱਥੋਂ ਦੀ ਡੁਪਲੀਕੇਸੀ ਹੋ ਕੇ ਆ ਕੇ ਵਿਕਰੀ ਆ, ਜਿਹਦੇ ਨਾਲ ਸਾਡੀ ਸਰਕਾਰ ਨੂੰ ਇਹੀ ਮੰਗ ਆ ਕਿ ਇਹ ਚੀਜ਼ਾਂ ਤੇ ਰੋਕ ਪਾਈ ਜਾਵੇ ਤਾਂ ਕਿ ਅਸੀਂ ਸਾਰੇ ਸਰਵਾਈਵ ਕਰ ਸਕੀਏ ਤੇ ਚੰਗੇ ਤਰੀਕੇ ਨਾਲ ਕੰਮ ਕਰ ਸਕੀਏ। ਸਵੀਵਿੰਗ ਮਸ਼ੀਨ ਨਾਲ ਤੁਸੀਂ ਜੁੜੇ ਹੋ ਸਾਰੇ ਕਾਰੋਬਾਰੀ, ਕਈਆਂ ਨੇ, ਤੁਹਾਡੇ ਭਰਾਵਾਂ ਨੇ ਕਿਹਾ ਕਿ ਟੈਕਸ ਫ੍ਰੀ ਹੋਣੀ ਚਾਹੀਦੀ ਹੈ, ਕੋਈ GST ਦੇ ਵਿੱਚ ਬਦਲਾਅ ਚਾਹੁੰਦਾ, ਤੁਸੀਂ ਕੀ ਚਾਹੁੰਦੇ ਹੋ? ਦੇਖੋ ਜੀ, ਸਾਡੀ ਇਹ ਤੀਸਰੀ ਪੀੜ੍ਹੀ ਹੈ ਜਿਹੜੀ ਸਿਲਾਈ ਮਸ਼ੀਨ ਦੇ ਵਿੱਚ ਕੰਮ ਕਰ ਰਹੀ ਹੈ, ਤੇ ਅਸੀਂ ਤੀਜੀ ਪੀੜ੍ਹੀ ਅਸੀਂ ਕਾਲੀ ਮਸ਼ੀਨ ਬਣਾ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਟੈਕਨੋਲੋਜੀ ਟ੍ਰਾਂਸਫਰ ਕਰਕੇ ਦਿੱਤੀ ਜਾਵੇ, ਜਿਹਦੇ ਨਾਲ ਅਸੀਂ ਇੰਡਸਟਰੀਅਲ ਯੂਨਿਟ ਜਿਹੜੇ ਹੈਗੇ ਨੇ ਉਹ ਵਾਈਟ ਮਸ਼ੀਨ ਤੇ ਜਾ ਰਹੇ ਨੇ, ਤੇ ਟੈਕਨੋਲੋਜੀ ਟ੍ਰਾਂਸਫਰ ਹੋ ਕੇ ਇੱਧਰ ਆਵੇ ਤੇ ਅਸੀਂ ਨਵੀਂ ਟੈਕਨੋਲੋਜੀ ਦੇ ਹਿਸਾਬ ਨਾਲ ਨਵੀਂ ਤਰ੍ਹਾਂ ਦੀਆਂ ਮਸ਼ੀਨਾਂ ਬਣਾਈਏ, ਕਿਉਂਕਿ ਇਹ ਕਾਲੀ ਮਸ਼ੀਨ ਹੁਣ ਡੇ ਬਾਈ ਡੇ ਆਊਟਡੇਟਿਡ ਹੁੰਦੀ ਜਾ ਰਹੀ ਹੈ ਤੇ ਸਾਡੀ ਲਾਈਨ ਜਿਹੜੀ ਇਸ ਕਰਕੇ ਥੱਲੇ ਨੂੰ ਜਾ ਰਹੀ ਹੈ। ਤੇ ਸਾਡੇ ਸਾਰੇ ਕਾਰੋਬਾਰੀ, ਸਾਨੂੰ ਲੱਗਦਾ ਕਿ ਅਸੀਂ 5 ਸਾਲਾਂ ਵਿੱਚ ਵਿਹਲਾ ਹੀ ਹੋ ਜਾਵਾਂਗੇ। ਨਵੀਂ ਟੈਕਨੋਲੋਜੀ ਤਾਂ ਤੁਸੀਂ ਲਿਆਣੀ ਨਾ, ਸਰਕਾਰ ਸਾਨੂੰ ਮਦਦ ਕਰੇ ਜੀ। ਸਾਡੇ R&D ਸੈਂਟਰ ਨੇ ਜਿਹੜੇ ਸਾਡੇ ਇੱਥੇ ਹੈਗੇ ਨੇ, ਉਹ ਕੋਈ ਕਿਸੇ ਤਰ੍ਹਾਂ ਦੀ ਮਦਦ ਨਹੀਂ ਕਰਦੇ ਸਾਨੂੰ। ਅਸੀਂ ਉਹਨਾਂ ਕੋਲ ਗੇੜੇ ਮਾਰ ਕੇ ਥੱਕ ਗਏ ਹਾਂ ਕਿ ਸਾਨੂੰ R&D ਕਰਕੇ ਦਿੱਤੀ ਜਾਵੇ ਨਵੀਂ ਟੈਕਨੋਲੋਜੀ ਦੇ ਉੱਤੇ, ਲੇਕਿਨ ਸਾਨੂੰ ਉੱਧਰੋਂ ਕੋਈ ਮਦਦ ਨਹੀਂ ਮਿਲਦੀ। ਸਾਰੇ GST ਦੀ ਮੰਗ ਕਰ ਰਹੇ, ਤੁਸੀਂ ਤਾਂ ਪ੍ਰਧਾਨ ਹੋ ਸਵਿੰਗ ਮਸ਼ੀਨ ਦੇ। ਅੱਛਾ, ਪਹਿਲੀ ਗੱਲ ਤਾਂ ਇਹ ਹੈ ਸਾਰੇ GST ਦੀ ਮੰਗ ਕਰ ਰਹੇ। ਦੂਸਰੀ ਗੱਲ ਇਹ ਹੈ ਕਿ ਸਵਾਲ ਇਹ ਹੈ ਕਿ ਮੇਰਾ ਇਹ ਸਵਾਲ ਹੈ ਕਿ ਪੰਜਾਬ ਦੇ ਵਿੱਚ ਵੈਸੇ ਕਿੰਨੀ ਇੰਡਸਟਰੀ ਹੈ ਸਵਿੰਗ ਮਸ਼ੀਨ? ਪਹਿਲਾ ਸਵਾਲ। ਪੰਜਾਬ ਦੇ ਵਿੱਚ ਤੇ ਖਾਸ ਕਰਕੇ ਲੁਧਿਆਣੇ 'ਚ ਮੈਕਸਿਮਮ ਜਿਹੜੀ ਸਵਿੰਗ ਮਸ਼ੀਨ ਇੰਡਸਟਰੀ ਹੈ, ਕਰੀਬ 3500 ਦੇ ਕਰੀਬ ਯੂਨਿਟ ਨੇ ਜਿਹੜੇ ਸਿਲਾਈ ਮਸ਼ੀਨ ਦੇ ਪਾਰਟਸ ਬਣਾਉਂਦੇ ਆ, ਤੇ ਕਰੀਬ 500 550 ਕਿੱਥੇ ਜਾਂਦੀ ਹੈ? ਜਾਂਦੀ ਸਾਰੀ ਦੁਨੀਆ 'ਚ ਹੈ। ਜਿੱਥੋਂ ਤੱਕ ਸਾਨੂੰ ਚਾਈਨਾ ਨੇ ਮਾਰ ਨਹੀਂ ਕੀਤੀ, ਚਾਈਨਾ ਤੋਂ ਬਿਨਾ ਬਾਕੀ ਸਾਰੀਆਂ ਥਾਵਾਂ ਦੇ ਮਸ਼ੀਨ ਅਸੀਂ ਆਪਣੀ ਹਿੰਦੁਸਤਾਨੀ ਮਸ਼ੀਨ ਭੇਜਦੇ ਹਾਂ। ਚਲੋ ਆਪਾਂ ਬਜਟ ਦੀ ਵੀ ਗੱਲ ਕਰਦੇ ਹਾਂ, ਕਿਉਂਕਿ ਜੇ 3500 ਦੇ ਕਰੀਬ ਇੰਡਸਟਰੀ ਹੈ, 3500 ਦੇ ਕਰੀਬ ਇੰਡਸਟਰੀ ਆ, ਬਜਟ ਤੋਂ ਕੀ ਉਮੀਦਾਂ ਨੇ? ਸਾਰਿਆਂ ਨੇ GST ਦੇ ਵਿੱਚ ਬਦਲਾਅ ਦੀ ਗੱਲ ਕੀਤੀ ਹੈ, ਤੁਸੀਂ ਕੀ ਕਹਿੰਦੇ ਹੋ ਐਜ਼ ਏ ਪ੍ਰਧਾਨ? ਦੇਖੋ, GST ਦਾ ਜਿਹੜਾ ਮਸਲਾ ਮੈਂ ਸਮਝਦਾ, ਖਾਸ ਕਰ ਸਾਡੀ ਜਿਹੜੀ ਸਿਲਾਈ ਮਸ਼ੀਨ ਲਾਈਨ ਦੇ ਉੱਤੇ ਸਾਨੂੰ ਪ੍ਰੋਬਲਮ ਆਈ ਹੈ, ਜਿੰਨਾ ਅਸੀਂ ਰਾ ਮਟੀਰੀਅਲ ਪਰਚੇਸ ਕਰਦੇ ਹਾਂ ਉਹ ਅਸੀਂ ਕਰਨਾ 18% ਤੇ ਜਿਹੜਾ ਅਸੀਂ ਤਿਆਰ ਪ੍ਰੋਡਕਟ ਵੇਚਣਾ ਉਹ ਅਸੀਂ ਵੇਚਣਾ 12% ਤੇ। ਸਿਲਾਈ ਮਸ਼ੀਨ ਇਸ ਡਿਫਰੈਂਸ ਨੂੰ ਬੀਅਰ ਨਹੀਂ ਕਰ ਪਾ ਰਹੀ। ਅਸੀਂ ਇਹਦੇ ਲਈ ਬਾਰ-ਬਾਰ ਮੰਗ ਵੀ ਕੀਤੀ ਆ। ਹੁਣ ਵੀ ਅਸੀਂ ਇਹ ਚਾਹੁੰਦੇ ਹਾਂ ਕਿ ਜੇ ਯੂਨੀਫਾਰਮਿਟੀ ਹੋ ਕੇ ਸਿਲਾਈ ਮਸ਼ੀਨ ਨੂੰ, ਕਿਉਂਕਿ ਦੇਖੋ ਮੈਂ ਗੱਲ ਕਹਿਣੀ ਵੀ ਬਣਦੀ ਆ, ਕਿਉਂਕਿ ਸਿਲਾਈ ਮਸ਼ੀਨ ਸਾਡੀ ਜ਼ਿਆਦਾਤਰ ਜਿਹੜੀਆਂ ਸਾਡੀਆਂ
ਵਿਧਵਾ ਭੈਣਾਂ ਨੇ, ਉਹਨਾਂ ਦੀ ਰੋਜੀ ਰੋਟੀ ਦਾ ਵਸੀਲਾ ਹੈ। ਉਹ ਇਹਦੇ ਨਾਲ ਆਪਣਾ ਜਿਹੜੀਆਂ ਮਸ਼ੀਨਾਂ ਗਰੀਬ ਪਰਿਵਾਰਾਂ ਨੂੰ ਵੰਡੀਆਂ ਗਰੀਬ ਪਰਿਵਾਰ ਨੂੰ ਵੰਡੀਆਂ ਜਾਂਦੀਆਂ। ਜਿਹੜੀਆਂ ਵੱਡੀਆਂ ਫੈਕਟਰੀਆਂ 'ਚ ਟੈਕਸਟਾਈਲ ਮਿੱਲਾਂ ਯੂਜ਼ ਕਰਦੀਆਂ ਨੇ, ਉਹ ਵੱਡੀਆਂ ਮਸ਼ੀਨਾਂ ਸਾਰੀਆਂ ਸਾਡੇ ਕੋਲੋਂ ਚਾਈਨਾ ਖੋਹ ਕੇ ਲੈ ਗਿਆ। ਉੱਥੇ ਚਿੱਟੀ ਮਸ਼ੀਨ ਆ ਰਹੀ ਹੈ। ਔਰ ਸਾਨੂੰ ਇਹਦੇ 'ਤੇ ਜਿਹੜੀ ਟੈਕਸ ਡਿਸਪੈਰਿਟੀ ਹੈ, ਕਿਉਂਕਿ ਸਾਨੂੰ ਸਿਲਾਈ ਮਸ਼ੀਨ ਨੂੰ ਜਾਂ ਇਹਦੇ ਪੁਰਜੇ ਵੇਚਣ ਤੋਂ ਬਾਅਦ 90 ਦਿਨ ਤੋਂ ਪਹਿਲਾਂ ਪੇਮੈਂਟ ਨਹੀਂ ਮਿਲਣੀ, ਤੇ ਸਾਨੂੰ ਸਰਕਾਰ ਨੂੰ GST 50 ਦਿਨ 'ਚ ਜਮ੍ਹਾਂ ਕਰਾਉਣਾ ਹੈ। 18% ਦਾ ਬਰਡਨ ਸਮੁੱਚੀ ਇੰਡਸਟਰੀ ਦੇ ਉੱਤੇ ਆ ਕੇ ਹੋਰ ਪੈ ਗਿਆ। ਚਾਈਨਾ ਮਾਰ ਰਿਹਾ ਸਵਿੰਗ ਮਸ਼ੀਨ। ਅੱਛਾ, ਇੱਕ ਸਵਾਲ ਤਾਂ ਤੁਹਾਡੀ ਸਵਿੰਗ ਮਸ਼ੀਨ ਤੇ ਚਾਈਨਾ ਆ ਗਿਆ, ਸਾਈਕਲ ਇੰਡਸਟਰੀ ਦੇ ਵਿੱਚ ਵੀ ਚਾਈਨਾ ਆ ਗਿਆ, ਹੋਜ਼ਰੀ ਦੇ ਵਿੱਚ ਵੀ ਕਹਿੰਦੇ ਚਾਈਨਾ ਆ ਗਿਆ, ਬਾਹਰੋਂ ਧਾਗਾ ਵੀ ਆਉਣ ਲੱਗ ਪਿਆ। ਇਹ ਸਾਰਾ ਰੋਕਣ ਦੀ ਗੱਲ ਕਰ ਰਹੇ ਹੋ ਤੁਸੀਂ? ਨਹੀਂ, ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਜੀ, ਅਸੀਂ ਇਕੱਲੇ ਇੰਡਸਟਰੀਲਿਸਟ ਹਾਂ। ਚਾਈਨਾ ਇੱਕ ਸਰਕਾਰ ਹੈ। ਚਾਈਨਾ ਜਿਹੜੀ ਸਰਕਾਰ ਬਣਾਉਂਦੀ ਆ, ਯੂਨੀਫਾਰਮਟੀ ਸਰਕਾਰ ਇੱਕ ਪਾਲਿਸੀ ਬਣਾਉਂਦੀ ਆ। ਉਹ ਪਾਲਿਸੀ ਬਣਾ ਕੇ ਆਪਣੇ ਟ੍ਰੇਡ ਤੇ ਇੰਡਸਟਰੀ ਨੂੰ ਬਚਾਉਂਦੀ ਹੈ। ਮਾਣਯੋਗ ਪ੍ਰਧਾਨ ਮੰਤਰੀ ਜੀ ਨੇ, ਮੋਦੀ ਜੀ ਨੇ ਮੇਕ ਇਨ ਇੰਡੀਆ ਦਾ ਕਨਸੈਪਟ ਲੈ ਕੇ ਆਂਦਾ, ਔਰ ਉਸ ਕਨਸੈਪਟ ਦੇ ਵਿੱਚ ਸਭ ਤੋਂ ਵੱਡੀ ਸਾਨੂੰ ਸਰਵਾਈਵਲ ਤੇ ਰਿਵਾਈਵਲ ਸਾਡੀ ਇੰਡਸਟਰੀ ਦਾ ਹੋ ਰਿਹਾ, ਔਰ ਉਹਦੇ ਲਈ ਕਲਸਟਰ ਪ੍ਰੋਗਰਾਮ ਚੱਲ ਰਿਹਾ। ਅਸੀਂ ਤਾਂ ਬਜਟ ਦੀ ਗੱਲ ਕਰ ਰਹੇ ਹਾਂ। ਬਜਟ ਮੈਂ ਬਜਟ 'ਚ ਹੀ ਲਿਆਉਣਾ ਚਾਹੁੰਦਾ, ਜਿਹੜਾ ਕਲਸਟਰ ਹੈ, ਪਿਛਲੇ 18 ਸਾਲਾਂ ਤੋਂ ਅਸੀਂ ਕਲਸਟਰ ਦੇ ਲਈ ਜਦੋਜਹਿਦ ਕਰ ਰਹੇ ਹਾਂ। ਸਰਕਾਰੀ ਅਫਸਰਾਂ ਦੀ ਘੁੰਮਣ ਘੇਰੀ ਕਰਕੇ ਕਲਸਟਰ ਕਾਮਯਾਬ ਨਹੀਂ ਹੋ ਰਿਹਾ। ਜੇਕਰ ਮੋਦੀ ਜੀ ਇਸ ਬਜਟ ਦੇ ਵਿੱਚ ਇੱਕ ਪ੍ਰੋਵੀਜ਼ਨ ਲੈ ਕੇ ਆਉਣ, ਸਾਡੀ ਛੋਟੀ ਇੰਡਸਟਰੀ ਦੇ ਜਿਹੜੇ ਕਲਸਟਰ ਨੇ ਉਹਨਾਂ ਨੂੰ ਬਿਊਰੋਕ੍ਰੈਟਿਕ ਹਿੱਤ 'ਚੋਂ ਬਾਹਰ ਕੱਢ ਕੇ ਪਾਸ ਕੀਤਾ ਜਾਵੇ, ਫਿਰ ਇੱਕ ਤਾਂ ਅਸੀਂ ਚਾਈਨਾ ਦਾ ਮੁਕਾਬਲਾ ਕਰ ਸਕਦੇ ਹਾਂ। ਦੂਸਰਾ, ਸਾਨੂੰ ਜਿਹੜੀ ਸਾਡੀ ਕੱਚਾ ਮਾਲ ਦੀ ਸਾਡੀ ਜਿਹੜੀ ਪ੍ਰਾਪਤੀ ਹੈ, ਕੱਚਾ ਮਾਲ ਸਾਨੂੰ ਬਾਜ਼ਾਰ ਦੇ ਵਿੱਚੋਂ ਕੁਆਲਿਟੀ ਮਟੀਰੀਅਲ ਮਿਲ ਹੀ ਨਹੀਂ ਸਕਦਾ। ਜੇ ਕੁਆਲਿਟੀ ਮਟੀਰੀਅਲ ਮਿਲਣਾ ਆ, ਉਹ ਐਟ ਪਰ ਵਿਦ ਦਾ ਜੋ ਰੇਟ ਸਾਨੂੰ ਆਟੋ ਸੈਕਟਰ ਦੇ ਆ ਜਾਂ ਦੂਜੇ ਸੈਕਟਰ ਦੇ ਆ, ਸਾਨੂੰ ਸੇਮ ਰੇਟ ਦੇ ਉੱਤੇ ਮਿਲਣਾ। ਲੇਕਿਨ ਸਿਲਾਈ ਮਸ਼ੀਨ ਦੇ ਪਿਛਲੇ 25 ਸਾਲਾਂ 'ਚ ਇਹਦਾ ਰੇਟ 1400 ਤੋਂ ਲੈ ਕੇ 2200 ਦੀ ਬ੍ਰੈਕਟ ਦੇ ਵਿੱਚ ਹੀ ਖੜਾ ਹੈ। ਹੁਣ ਅਸੀਂ ਹੋਜ਼ਰੀ ਇੰਡਸਟਰੀ ਦੇ ਕਾਰੋਬਾਰੀਆਂ ਨਾਲ ਗੱਲ ਕਰਾਂਗੇ, ਕਿਉਂਕਿ ਲੁਧਿਆਣਾ ਹੋਜ਼ਰੀ ਦੇ ਕਾਰੋਬਾਰੀਆਂ ਨਾਲ ਵੀ ਜਾਣਿਆ ਜਾਂਦਾ। ਹੋਜ਼ਰੀ ਦੇ ਨਾਲ ਜੁੜੇ ਕਾਰੋਬਾਰੀਆਂ ਦੀ ਕੀ ਮੰਗਾਂ ਨੇ। ਇਹ ਸਵਿਮਿੰਗ ਮਸ਼ੀਨ ਦੇ ਨਾਲ ਜੁੜੇ ਕਾਰੋਬਾਰੀ ਸੀ, ਔਰ ਸਾਰੇ ਦਾ ਇਹੀ ਤਰਕ ਹੈ, ਚਾਹੇ ਉਹ ਸਾਈਕਲ ਇੰਡਸਟਰੀ ਹੈ, ਸਵਿਮਿੰਗ ਮਸ਼ੀਨ ਹੈ, ਕਿ GST ਦੇ ਵਿੱਚ ਥੋੜਾ ਬਦਲਾਅ ਹੋਣਾ ਚਾਹੀਦਾ। ਚਾਈਨਾ ਇਹਨਾਂ ਦੇ ਵਪਾਰ ਨੂੰ ਮਾਰ ਰਿਹਾ। ਤਾਂ ਆਓ ਹੁਣ ਹੋਜ਼ਰੀ ਵਪਾਰੀਆਂ ਨਾਲ ਵੀ ਅਸੀਂ ਚਰਚਾ ਕਰਦੇ ਹਾਂ। ਹੁਣ ਅਸੀਂ ਹੋਜ਼ਰੀ ਕਾਰੋਬਾਰੀਆਂ ਕੋਲ ਖੜੇ ਆ, ਕਿਉਂਕਿ ਲੁਧਿਆਣਾ ਸਾਈਕਲ ਇੰਡਸਟਰੀ ਦੇ ਨਾਂ ਦੇ ਨਾਲ ਤਾਂ ਜਾਣਿਆ ਜਾਂਦਾ, ਪਰ ਹੋਜ਼ਰੀ ਦੇ ਨਾਂ ਦੇ ਨਾਲ ਵੀ ਲੁਧਿਆਣਾ ਕਾਫੀ ਮਸ਼ਹੂਰ ਹੈ। ਪੂਰੇ ਦੇਸ਼ ਵਿੱਚ ਵੀ ਨਹੀਂ, ਵਿਦੇਸ਼ਾਂ ਦੇ ਵਿੱਚ ਵੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ, ਚਾਹੇ ਉਹ ਸਾਈਕਲ ਇੰਡਸਟਰੀ ਹੋਵੇ, ਚਾਹੇ ਹੋਜ਼ਰੀ ਹੋਵੇ। ਸਾਡਾ ਕਾਰੋਬਾਰੀ ਮੌਜੂਦ ਹੈ। ਕਿਵੇਂ ਦੇਖਦੇ ਹੋ ਬਜਟ ਪੇਸ਼ ਹੋਣ ਵਾਲਾ, ਕੀ ਉਮੀਦਾਂ ਕੀ ਨੇ? ਉਮੀਦਾਂ ਬਹੁਤ ਹੈ ਜੀ। ਜਦੋਂ ਵੀ ਬਜਟ ਆਂਦਾ, ਸਾਡੀ ਹੋਜ਼ਰੀ ਇੰਡਸਟਰੀ ਜਿਹੜੀ ਕਰਜ਼ੇ ਥੱਲੇ ਦੱਬੀ ਹੋਈ ਹੈ, ਉਹਨੂੰ ਸਰਕਾਰ ਤੋਂ ਬੜੀਆਂ ਉਮੀਦਾਂ ਹੁੰਦੀਆਂ। ਖਾਸ ਕਰ ਜਿਹੜੇ ਸਾਡੇ ਮੈਨੂਫੈਕਚਰਿੰਗ ਲਾਈਨ ਹੈ, ਉਹਨਾਂ ਨੂੰ ਸਰਕਾਰ ਤੋਂ ਬੜੀਆਂ ਉਮੀਦਾਂ ਹੁੰਦੀਆਂ ਨੇ ਵੀ ਸਰਕਾਰ ਆਊਗੀ, ਕੋਈ ਨਾ ਕੋਈ ਸਾਡੇ ਲਈ ਫਾਇਦੇ ਦੀ ਗੱਲ ਕਰੂਗੀ। GST ਦੇ ਵਿੱਚ ਕੀ ਹੋਇਆ, GST ਫਸਟ ਸਟੇਜ ਤੇ ਟੈਕਸ ਲਾਤਾ ਇਹਨਾਂ ਨੇ 12% ਧਾਗੇ ਤੇ। ਉਸ ਤੋਂ ਬਾਅਦ ਜਿੰਨਾ ਵੀ ਸਾਡਾ ਹੋਜ਼ਰੀ ਮਟੀਰੀਅਲ, ਚਾਹੇ ਉਹ ਧਾਗਾ, ਚਾਹੇ ਪੈਕਿੰਗ ਮਟੀਰੀਅਲ ਹੈ, ਇੱਥੇ ਤੱਕ ਐਂਡ ਤੱਕ ਜਿਹੜੇ ਆ ਕਿ ਸਾਨੂੰ ਉਹਦੇ ਤੇ ਸਾਨੂੰ GST ਦੇਣਾ ਪੈਂਦਾ ਹਰ ਚੀਜ਼ ਦੇ ਉੱਤੇ। ਸਾਡੀ ਕੋਸਟਿੰਗ ਹੀ ਇੰਨੀ ਵੱਧ ਚੁੱਕੀ ਹੈ ਕਿ ਸਾਨੂੰ ਮਾਲ ਵੇਚਣਾ ਔਖਾ ਹੋਇਆ ਪਿਆ, ਸਾਡਾ ਮਾਲ ਵਿਕਦਾ ਨਹੀਂ। ਜੇ ਕੰਪੈਰੀਜ਼ਨ ਕਰੀਏ ਚਾਈਨਾ ਤੋਂ, ਬਦਲਾਅ ਹੋ ਗਿਆ। ਚਾਈਨਾ ਤੋਂ ਮਾਲ ਆ ਰਿਹਾ ਥਰੂ ਬੰਗਲਾਦੇਸ਼ ਇੰਡੀਆ ਦੇ ਵਿੱਚ ਆ ਰਿਹਾ, ਉਹਨਾਂ ਦੀ ਜਿਹੜੀ ਕੋਸਟਿੰਗ ਆ ਬਹੁਤ ਘੱਟ ਹੋ ਰਹੀ ਹੈ। ਤੇ ਉਹਦੇ ਕਰਕੇ ਸਾਡਾ ਹੋਜੀ ਜਿਹੜਾ 6 ਮਹੀਨੇ ਦਾ ਸਾਰਾ ਹੈਗਾ ਸਾਡਾ ਸੀਜ਼ਨ, ਉਹ ਬਿਲਕੁਲ 3 ਮਹੀਨੇ ਦਾ ਰਹਿ ਗਿਆ। ਕੀ ਹੋਣਾ ਚਾਹੀਦਾ ਚਾਈਨਾ ਦੇ ਮਾਲ ਦੇ ਨਾਲ? ਕੀ ਸਰਕਾਰ ਕੀ ਕਰੇ? ਸਰਕਾਰ ਉਹ ਬੰਦ ਕਰੇ ਮਾਲ ਉੱਥੋਂ। ਇੱਥੇ ਮੈਨੂਫੈਕਚਰਿੰਗ ਜਦ ਲੁਧਿਆਣੇ 'ਚ ਹੋ ਰਹੀ ਹੈ, ਇਹਨੂੰ ਸਾਨੂੰ ਅੱਗੇ ਲੈ ਕੇ ਜਾਵੇ। ਇੱਥੇ ਜਿਹੜੀ ਮਸ਼ੀਨਰੀ ਬਣ ਰਹੀ ਹੈ, ਕੋਈ ਹਬਸ ਇਹੋ ਜਿਹੇ ਬਣਾਵੇ, ਜਿਹੜੀ ਇੱਥੇ ਮਸ਼ੀਨਰੀ ਹੈ ਜਿਹੜੀ ਅਸੀਂ ਚਾਈਨਾ ਐਕਸਪੋਰਟ ਕਰਦੇ ਹਾਂ 9-10 ਲੱਖ ਰੁਪਏ ਦੀ, ਉਹ ਇੱਥੇ ਬਣਾਵੇ। ਇੱਥੇ ਜਿਹੜੀ ਮਸ਼ੀਨਰੀ ਹੈ ਜਿਹੜੀ ਸਾਨੂੰ 3-4 ਲੱਖ ਰੁਪਏ ਦੀ ਪਵੇ, ਉਹ ਅਸੀਂ ਬਣਾਈਏ। ਇੱਥੇ ਰੋਜ਼ਗਾਰ ਵੀ ਮਿਲੂਗਾ, ਜਿਹੜੇ ਸਾਡੇ ਭਰਾ ਨੇ ਜਿਹੜੇ ਮਸ਼ੀਨਾਂ ਬਣਾਉਂਦੇ ਉਹਨਾਂ ਨੂੰ ਰੋਜ਼ਗਾਰ ਮਿਲੂਗਾ, ਸਾਨੂੰ ਥੋੜ੍ਹੀ ਜਿਹੀ ਕੋਸਟਿੰਗ ਘੱਟ ਮਿਲੂਗੀ। ਉਸ ਤੋਂ ਇਲਾਵਾ ਜਿਹੜਾ ਸਾਡਾ ਮਾਲ ਬਣਿਆ ਮਾਲ ਹੈ, ਜਿਹੜਾ ਅਸੀਂ ਵੇਚ ਰਹੇ ਹਾਂ, ਸਾਡਾ ਵਧੀਆ ਵਿਕੂਗਾ। ਸਾਡਾ 3 ਮਹੀਨੇ ਦਾ ਸੀਜ਼ਨ ਰਹਿ ਗਿਆ, ਉਹ ਘੱਟੋ ਘੱਟ 9 ਮਹੀਨੇ ਚੱਲੂਗਾ, ਤੇ ਸਾਡਾ ਅਸੀਂ ਜਿਹੜੀ ਕਰਜ਼ੇ ਤੋਂ ਬਾਹਰ ਆਵਾਂਗੇ। ਤੁਸੀਂ ਹੋਰ ਕੀ ਮੰਗ ਕਰਦੇ ਹੋ? ਤੁਸੀਂ ਵੀ ਹੋਜ਼ਰੀ ਵਪਾਰੀ ਹੋ। ਸਾਡੀ ਮੰਗ ਹੈ ਜੀ, ਸਭ ਤੋਂ ਪਹਿਲਾਂ ਤਾਂ ਜਿਹੜੇ ਵਪਾਰੀ ਕੈਲਕੱਟਾ ਤੋਂ, ਬੈਂਗਲੌਰ ਤੋਂ, ਤ੍ਰਿਪੁਰ ਤੋਂ ਦੂਰੋਂ ਆਉਂਦੇ ਇੱਥੇ ਬੁਲੰਦ ਦਾ ਮਾਲ ਲੈਣ ਵਾਸਤੇ, ਇੱਥੇ ਕੋਈ ਵੀ 에ਅਰਪੋਰਟ ਨਹੀਂ ਹੈ। ਉਹ ਵਪਾਰੀ ਜਿੰਨਾ ਵੀ ਹੈ ਉਹ ਇੱਥੇ ਆਉਣ ਤੋਂ ਬਹੁਤ ਜ਼ਿਆਦਾ ਕਤਰਾਉਂਦਾ ਹੈ, ਦਿੱਲੀੋਂ ਹੀ ਵਾਪਸ ਚਲਾ ਜਾਂਦਾ। ਸਾਡੇ ਲੁਧਿਆਣੇ ਵਾਲਿਆਂ ਨੂੰ ਕਿੰਨੇ ਸਾਲ ਹੋ ਗਏ ਸਰਕਾਰ ਨੂੰ ਇਹੀ ਕਹਿੰਦੇ ਆ ਵੀ ਸਾਨੂੰ ਇੱਕ ਇੱਥੇ 에ਅਰਪੋਰਟ ਦਿਓ। ਪਹਿਲਾਂ ਸਰਕਾਰ ਨੇ ਕਿਹਾ ਸਾਨੇ ਨਾਲ ਅਸੀਂ ਵੱਡਾ ਕਰ ਰਹੇ ਹਾਂ 에ਅਰਪੋਰਟ, ਨਹੀਂ ਹੋਇਆ। ਫਿਰ ਹਲਵਾਰਾ ਉਹ ਵੀ ਵਿੱਚੇ ਰਹਿ ਗਿਆ। ਇਸ ਕਰਕੇ ਸਾਡੀ ਤਾਂ ਮੰਗ ਇਹੀ ਹੈ। ਕਾਰੋਬਾਰੀ ਘੱਟ ਆਉਂਦੇ ਆ। ਹਾਂ, ਬਹੁਤ ਘੱਟ ਆਉਂਦੇ ਆ ਸਰ। ਦੂਸਰੀ ਮੰਗ, ਸਾਨੂੰ ਇੱਥੇ ਐਗਜ਼ੀਬਿਸ਼ਨ ਸੈਂਟਰ ਬਹੁਤ ਜ਼ਰੂਰੀ ਚਾਹੀਦਾ, ਜਿੱਥੇ ਚਾਹੇ ਸਾਈਕਲ ਪਾਰਟਸ ਵਾਲੇ ਹੈ, ਚਾਹੇ ਹੋਜ਼ਰੀ ਵਾਲੇ ਹੈ,
ਸਾਡਾ ਹੁਣ ਸੀਜ਼ਨ ਹੈ, ਅਸੀਂ ਸੈਂਪਲ ਸੈੱਟ ਲਗਾਉਣਾ, ਸਾਨੂੰ ਜਗ੍ਹਾ ਮਿਲੇ, ਕਿਉਂਕਿ ਸਾਡਾ ਜਿਹੜਾ ਹੋਟਲਾਂ ਦੇ ਵਿੱਚ ਸਾਨੂੰ ਜਾਣਾ ਪੈਂਦਾ 4-4 ਦਿਨ ਦਾ, ਸਾਨੂੰ ਖਰਚਾ ਬਹੁਤ ਜ਼ਿਆਦਾ ਪੈਂਦਾ। ਹੁਣ 4-5 ਦਿਨ ਪਹਿਲਾਂ ਦਿੱਲੀ ਲਾ ਕੇ ਆਏ ਆ ਸੈਂਪਲ ਸੈੱਟ, ਹੁਣ 4 ਦਿਨ 6-7-8-9 ਇੱਥੇ ਸੈਂਪਲ ਸੈੱਟ ਲੱਗ ਰਿਹਾ ਹਜ਼ਾਰ ਦੇ ਵਿੱਚ, ਉਹਨਾਂ ਲੱਖਾਂ ਰੁਪਇਆ ਖਰਚਾ ਹੁੰਦਾ ਸਾਡਾ। ਐਗਜ਼ੀਬਿਸ਼ਨ ਸੈਂਟਰ ਮਿਲ ਜੂਗਾ ਤਾਂ ਸਾਨੂੰ ਬਹੁਤ ਵੱਡੀ ਰਾਹਤ ਮਿਲੇਗੀ। ਕੇਂਦਰ ਸਰਕਾਰ ਦੇ ਬਜਟ ਨੂੰ ਲੈ ਕੇ ਅਸੀਂ ਲੁਧਿਆਣਾ ਦੇ ਸਾਰੇ ਕਾਰੋਬਾਰ ਨਾਲ ਜੁੜੇ ਕਾਰੋਬਾਰੀਆਂ ਨਾਲ ਗੱਲਬਾਤ ਕੀਤੀ। ਸਾਰਿਆਂ ਦੇ ਅਲੱਗ-ਅਲੱਗ ਤਰਕ ਸੀ। ਕਿਸੇ ਦੀ ਮੰਗ ਸੀ ਕਿ ਲੁਧਿਆਣਾ ਦੇ ਵਿੱਚ ਨਵਾਂ 에ਅਰਪੋਰਟ ਹੋਣਾ ਚਾਹੀਦਾ ਤੇ ਕਈ ਕਾਰੋਬਾਰੀਆਂ ਦੀ ਮੰਗ ਹੈ ਕਿ GST ਦੇ ਵਿੱਚ ਬਦਲਾਅ ਹੋਣਾ ਚਾਹੀਦਾ। ਹੁਣ ਇੰਤਜ਼ਾਰ ਹੈ ਤਾਂ 5 ਜੁਲਾਈ ਨੂੰ ਪੇਸ਼ ਹੋਣ ਵਾਲੇ ਮੋਦੀ ਸਰਕਾਰ ਦੇ ਬਜਟ ਦਾ। ਕਾਰੋਬਾਰੀਆਂ ਆਪਣੀਆਂ ਨਜ਼ਰਾਂ ਟਿਕਾ ਕੇ ਬੈਠੇ ਨੇ ਮੋਦੀ ਸਰਕਾਰ ਦੇ ਪਹਿਲੇ ਪੇਸ਼ ਹੋਣ ਵਾਲੇ ਬਜਟ ਤੇ। ਸੋ ਮੇਰੇ ਕੈਮਰਾਮੈਨ ਬਲਵਿੰਦਰ ਗੋਲਡੀ ਅਤੇ ਮੰਨੂ ਨਵੀਨ ਸ਼ਰਮਾ ਨੂੰ ਇਜਾਜ਼ਤ ਦਿਓ। ਤੁਸੀਂ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।